ਵੀਡੀਓ ਦੇਖ ਰਹੇ ਸਾਰੇ ਸਾਥੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਦਇਆ ਸਿੰਘ, ਲੈਕਚਰਰ ਇਨ ਮਕੈਨੀਕਲ ਇੰਜੀਨੀਅਰਿੰਗ ਡਿਪਾਰਟਮੈਂਟ, ਅੱਜ ਤੁਹਾਡੇ ਲਈ ਲੈ ਕੇ ਆਇਆ ਹਾਂ ਲੀਥੀਅਮ ਬ੍ਰੋਮਾਈਡ ਰੈਫਰੀਜਰੇਸ਼ਨ ਸਿਸਟਮ, ਜੋ ਕਿ ਇੱਕ ਅਬਜ਼ੌਰਪਸ਼ਨ ਸਿਸਟਮ ਦੇ ਉੱਤੇ ਵਰਕ ਕਰਦਾ ਹੈ। ਸੋ ਆਓ ਦੇਖਦੇ ਹਾਂ ਕਿ ਇਹ ਲੀਥੀਅਮ ਬ੍ਰੋਮਾਈਡ ਰੈਫਰੀਜਰੇਸ਼ਨ ਸਿਸਟਮ ਕਿਸ ਤਰੀਕੇ ਦੇ ਨਾਲ ਵਰਕਆਊਟ ਕਰੂਗਾ, ਕਿਸ ਤਰੀਕੇ ਦੇ ਨਾਲ ਇਹਦੀ ਕੰਸਟਰਕਸ਼ਨ ਹੋਊਗੀ। ਸੋ ਆਓ ਡਿਸਕਸ ਕਰੀਏ ਜੀ। Lithium bromide absorption refrigeration system. In lithium bromide absorption system, a solution of lithium bromide in water is used. ਕਹਿੰਦਾ ਕਿ ਇਸ ਸਿਸਟਮ ਦੇ ਵਿੱਚ ਅਸੀਂ ਜੋ ਰੈਫਰੀਜਰੈਂਟ ਤੇ ਅਬਜ਼ੌਰਬੈਂਟ ਯੂਜ਼ ਕਰਨੇ ਨੇ ਉਹ ਹੋਣਗੇ ਲੀਥੀਅਮ ਬ੍ਰੋਮਾਈਡ ਐਂਡ ਵਾਟਰ, ਜਿਸ ਦੇ ਵਿੱਚ ਸਾਡੇ ਕੋਲ ਜੋ ਲੀਥੀਅਮ ਬ੍ਰੋਮਾਈਡ ਹੈ ਉਹ ਐਕਟ ਕਰੇਗਾ ਐਜ਼ ਅ ਐਬਜ਼ੌਰਬੈਂਟ ਐਂਡ ਵਾਟਰ ਐਕਟ ਕਰੇਗਾ ਐਜ਼ ਅ ਰੈਫਰੀਜਰੈਂਟ। अगले स्टेप की गल कर रहे हैं, इन दिस सिस्टम द वाटर एक्ट एज अ रेफ्रिजरेंट वेयर एज द लिथियम ब्रोमाइड विच इज़ अ हाईली हाइड्रोस्कोपिक सॉल्ट एक्ट एज एन अबजॉर्बेंट। जिमें असीं हुणी गल कीती, द लिथियम ब्रोमाइड सोल्यूशन हैज़ अ ग्रेट एफिनिटी फॉर वाटर वेपर ड्यू टू इट्स वेरी लो वेपर प्रैशर एंड टैंपरेचर। की मतलब है जी इहदा, कहंदा जी जो लिथियम ब्रोमाइड का सोल्यूशन है ਉਹ ਗ੍ਰੇਟ ਐਫਿਨਿਟੀ ਰੱਖਦਾ ਹੈ ਵਾਟਰ ਵੇਪਰਸ ਦੇ ਲਈ, ਕਿਉਂਕਿ ਉਸ ਦਾ ਜੋ ਵੇਪਰ ਪ੍ਰੈਸ਼ਰ ਹੈ ਉਹ ਕਾਫੀ ਜ਼ਿਆਦਾ ਘੱਟ ਹੋਣ ਕਰਕੇ, ਉਸ ਦਾ ਟੈਂਪਰੇਚਰ ਘੱਟ ਹੋਣ ਕਰਕੇ ਲੀਥੀਅਮ ਬ੍ਰੋਮਾਈਡ ਜੋ ਹੈ ਉਹ ਪਾਣੀ ਦੇ ਨਾਲ ਈਜ਼ੀਲੀ ਮਿਕਸ ਹੋ ਜਾਂਦਾ ਹੈ ਲੋ ਟੈਂਪਰੇਚਰ ਤੇ ਲੋ ਪ੍ਰੈਸ਼ਰ ਦੇ ਉੱਤੇ। ਅਗਲੇ ਸਟੈਪ ਦੇ ਵਿੱਚ ਉਹ ਗੱਲ ਕਰ ਰਿਹਾ, ਕਹਿੰਦਾ ਐਜ਼ ਲੀਥੀਅਮ ਬ੍ਰੋਮਾਈਡ ਸੋਲਿਊਸ਼ਨ ਇਜ਼ ਕਰੋਸਿਵ, therefore to protect the metal parts of the system against corrosion, the inhibitor like lithium chromate is normally used। ਕਹਿੰਦਾ ਕਿ ਜੋ ਲੀਥੀਅਮ ਬ੍ਰੋਮਾਈਡ ਹੈ ਉਹ ਕਾਫੀ ਜ਼ਿਆਦਾ ਕਰੋਸਿਵ ਮੰਨਿਆ ਜਾਂਦਾ, ਸੋ ਇਸ ਤੋਂ ਪ੍ਰੋਟੈਕਟ ਕਰਨ ਦੇ ਲਈ ਜੋ ਮੈਟਲ ਦੇ ਪਾਰਟਸ ਨੇ ਜਿਸ ਸਿਸਟਮ ਦੇ ਵਿੱਚ ਅਸੀਂ ਇਸ ਨੂੰ ਯੂਜ਼ ਕਰਨਾ ਕਿ ਉਹ ਸਿਸਟਮ ਦੀ ਜਿਹੜੀ ਪਾਈਪਲਾਈਨਸ ਨੇ ਉਹਨੂੰ ਖਰਾਬ ਨਾ ਕਰੇ, ਤਾਂ ਅਸੀਂ ਇਹਦੇ ਵਿੱਚ ਇੱਕ ਇਨਹਿਬਿਟੇਟਰ ਯੂਜ਼ ਕਰਦੇ ਹਾਂ, ਤਾਂ ਉਹ ਹੈ ਸਾਡੇ ਕੋਲ ਲੀਥੀਅਮ ਕ੍ਰੋਮੇਟ, ਤਾਂ ਕਿ ਜੰਗ ਤੋਂ ਬਚਾਇਆ ਜਾ ਸਕੇ। ਅਗਲੇ ਪੁਆਇੰਟ 'ਚੋਂ ਗੱਲ ਕਰ ਰਿਹਾ, ਕਹਿੰਦਾ ਦਿਸ ਸਿਸਟਮ ਇਜ਼ ਵੈਰੀ ਪੋਪੂਲਰ ਇਨ ਏਅਰ ਕੰਡੀਸ਼ਨਿੰਗ, ਸਪੈਸ਼ਲੀ ਵੇਅਰ ਲੋ ਰੈਫਰੀਜਰੇਸ਼ਨ ਟੈਂਪਰੇਚਰ ਨਾਟ ਬਿਲੋ 0 ਡਿਗਰੀ ਸੈਂਟੀਗ੍ਰੇਡ ਆਰ ਰਿਕੁਆਇਰਡ। ਕਿ ਇਹ ਜੋ ਸਪੈਸ਼ਲੀ ਸਿਸਟਮ ਹੈ ਲੀਥੀਅਮ ਬ੍ਰੋਮਾਈਡ ਦਾ, ਇਹ ਬੇਸਿਕਲੀ ਅਸੀਂ ਏਅਰ ਕੰਡੀਸ਼ਨਿੰਗ ਵਾਸਤੇ ਯੂਜ਼ ਕਰਦੇ ਹਾਂ, ਔਰ ਸਪੈਸ਼ਲੀ ਉੱਥੇ ਯੂਜ਼ ਕਰਦੇ ਹਾਂ ਕਿ ਜਿਸ ਜਗ੍ਹਾ 'ਤੇ ਅਸੀਂ 0 ਡਿਗਰੀ ਸੈਂਟੀਗ੍ਰੇਡ ਤੋਂ ਉੱਪਰ ਹੀ ਕੂਲਿੰਗ ਕਰਨੀ ਹੋਵੇ। ਮੀਨ ਟੂ ਸੇ ਕਿ 0 ਡਿਗਰੀ ਹੋ ਗਿਆ, 1 ਡਿਗਰੀ 2 ਡਿਗਰੀ 3 ਡਿਗਰੀ, ਬਟ 0 ਤੋਂ ਮਾਈਨਸ ਦੇ ਵਿੱਚ ਜਦੋਂ ਅਸੀਂ ਕੂਲਿੰਗ ਇਫੈਕਟ ਨਾ ਲੈਣਾ ਹੋਵੇ, 0 ਤੋਂ ਉੱਪਰ ਹੀ ਅਸੀਂ ਹੀਟਿੰਗ ਕੂਲਿੰਗ ਇਫੈਕਟ ਲੈਣਾ ਹੋਵੇ, ਤਾਂ ਉਸ ਜਗ੍ਹਾ 'ਤੇ ਅਸੀਂ ਇਸ ਸਿਸਟਮ ਨੂੰ ਯੂਜ਼ ਕਰਦੇ ਹਾਂ। ਨੈਕਸਟ ਪੁਆਇੰਟਸ ਗੱਲ ਕਰ ਰਿਹਾ, ਕਹਿੰਦਾ ਇਨ ਦਿਸ ਸਿਸਟਮ ਦ ਅਬਜ਼ੌਰਬਰ ਐਂਡ ਦ ਇਵੈਪੋਰੇਟਰ ਆਰ ਪਲੇਸਡ ਇਨ ਵਨ ਸ਼ੈਲ ਵਿਚ ਆਪਰੇਟਸ ਐਟ ਦ ਸੇਮ ਲੋ ਪ੍ਰੈਸ਼ਰ ਆਫ ਦ ਸਿਸਟਮ। ਕਹਿੰਦਾ ਕਿ ਇਸ ਸਿਸਟਮ ਦੇ ਵਿੱਚ ਜੋ ਅਸੀਂ ਹੁਣ ਦੇਖਾਂਗੇ, ਡਾਇਗਰਾਮ ਦੀ ਹੈਲਪ ਦੇ ਨਾਲ ਵੀ ਦੇਖਾਂਗੇ ਕਿ ਇਹਦੇ ਵਿੱਚ ਜੋ ਅਬਜ਼ੌਰਬਰ ਹੈ ਤੇ ਇਵੈਪੋਰੇਟਰ ਹੈ ਉਹ ਸਾਡੇ ਕੋਲ ਇੱਕ ਸ਼ੈਲ ਦੇ ਵਿੱਚ ਹੁੰਦੇ ਨੇ। ਤੇ ਦੂਸਰੇ ਪੁਆਇੰਟ 'ਚੋਂ ਗੱਲ ਕਰ ਰਿਹਾ, ਕਹਿੰਦਾ ਜਨਰੇਟਰ ਐਂਡ ਦ ਕੰਡੈਂਸਰ ਆਰ ਪਲੇਸਡ ਇਨ ਦ ਅਦਰ ਸ਼ੈਲ ਵਿਚ ਆਪਰੇਟਸ ਐਟ ਦ ਸੇਮ ਹਾਈ ਪ੍ਰੈਸ਼ਰ ਆਫ ਦ ਸਿਸਟਮ। ਕਿ ਜਿਹੜੇ ਜਨਰੇਟਰ ਨੇ ਤੇ ਕੰਡੈਂਸਰ ਨੇ ਇਹ ਦੂਸਰੇ ਸ਼ੈਲ ਦੇ ਵਿੱਚ ਹੁੰਦੇ ਨੇ, ਔਰ ਅਬਜ਼ੌਰਬਰ ਤੇ ਇਵੈਪੋਰੇਟਰ ਜਿਸ ਸ਼ੈਲ ਦੇ ਵਿੱਚ ਹੋਣਗੇ ਉਹ ਲੋ ਪ੍ਰੈਸ਼ਰ 'ਤੇ ਰੱਖਿਆ ਜਾਏਗਾ, ਔਰ ਜਨਰੇਟਰ ਤੇ ਕੰਡੈਂਸਰ ਜਿਸ ਸ਼ੈਲ ਦੇ ਵਿੱਚ ਰੱਖੇ ਜਾਣਗੇ ਉਹ ਹਾਈ ਪ੍ਰੈਸ਼ਰ ਦੇ ਉੱਤੇ ਕੰਮ ਕਰੇਗਾ। ਸੋ ਆਓ ਹੁਣ ਇਸੇ ਨੂੰ ਹੀ ਅਸੀਂ ਡਾਇਗਰਾਮ ਦੀ ਹੈਲਪ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਸਾਹਮਣੇ ਸਕਰੀਨ ਦੇ ਉੱਤੇ ਇੱਕ ਸੈਟਅਪ ਦੇਖ ਰਹੇ ਹਾਂ ਜੋ ਸਾਨੂੰ ਸ਼ੋਅ ਕਰ ਰਿਹਾ ਲੀਥੀਅਮ ਬ੍ਰੋਮਾਈਡ ਅਬਜ਼ੌਰਪਸ਼ਨ ਰੈਫਰੀਜਰੇਸ਼ਨ ਸਿਸਟਮ ਦਾ ਸੈਟਅਪ ਕਿਸ ਤਰੀਕੇ ਦੇ ਨਾਲ ਹੋਏਗਾ। ਜਿਵੇਂ ਕਿ ਤੁਸੀਂ ਸਾਹਮਣੇ ਸਕਰੀਨ ਤੇ ਦੇਖ ਪਾ ਰਹੇ ਹੋ ਕਿ ਸਾਡੇ ਕੋਲ ਇੱਥੇ 2 ਸ਼ੈਲ ਨਜ਼ਰ ਆ ਰਹੇ ਨੇ, ਇੱਕ ਉੱਪਰ ਵਾਲੀ ਸਾਈਡ ਤੇ ਸ਼ੈਲ ਹੈ, ਇੱਕ ਨੀਚੇ ਵਾਲੀ ਸਾਈਡ ਤੇ ਸ਼ੈਲ ਹੈ। ਜਿਵੇਂ ਕਿ ਅਸੀਂ ਹੁਣੀ ਗੱਲ ਕੀਤੀ ਕਿ ਜਿਹੜਾ ਸਾਡਾ ਐਬਜ਼ੌਰਬਰ ਹੈ ਐਂਡ ਇਵੈਪੋਰੇਟਰ ਹੈ ਇਹ ਇੱਕ ਸੇਮ ਸ਼ੈਲ ਦੇ ਵਿੱਚ ਹੋਣਗੇ, ਜਿਸ ਜਗ੍ਹਾ ਦਾ ਜੋ ਪ੍ਰੈਸ਼ਰ ਹੈ ਉਹ ਕਾਫੀ ਜ਼ਿਆਦਾ ਲੋ ਹੋਊਗਾ। ਐਂਡ ਦੂਸਰੀ ਸਾਈਡ ਤੇ ਜੋ ਸਾਡਾ ਕੰਡੈਂਸਰ ਤੇ ਜਨਰੇਟਰ ਹੈ ਇਹ ਦੋਨੋਂ ਇੱਕ ਸ਼ੈਲ ਦੇ ਵਿੱਚ ਹੋਣਗੇ, ਜਿਸ ਜਗ੍ਹਾ ਦਾ ਜੋ ਸਾਡਾ ਪ੍ਰੈਸ਼ਰ ਹੈ ਉਹ ਕਾਫੀ ਜ਼ਿਆਦਾ ਹਾਈ ਰੱਖਿਆ ਗਿਆ ਹੈ ਕੰਪੈਰੇਟਿਵ ਟੂ ਡਾਊਨ ਵਾਲੇ ਸ਼ੈਲ ਦੇ। ਸੋ ਆਓ ਹੁਣ ਇਹਦੀ ਵਰਕਿੰਗ ਨੂੰ ਥੋੜ੍ਹਾ ਜਿਹਾ ਡਿਸਕਸ ਕਰ ਲਈਏ। ਜਿਵੇਂ ਕਿ ਅਸੀਂ ਪਿੱਛੇ ਪੜ੍ਹ ਕੇ ਹਟੇ ਹਾਂ ਕਿ ਇਹ ਸਿਸਟਮ ਅਸੀਂ ਬੇਸਿਕਲੀ ਏਅਰ ਕੰਡੀਸ਼ਨਿੰਗ ਵਾਸਤੇ ਯੂਜ਼ ਕਰਦੇ ਹਾਂ, ਜਿਸ ਜਗ੍ਹਾ 'ਤੇ ਸਾਨੂੰ ਜੋ ਟੈਂਪਰੇਚਰ ਮੇਨਟੇਨ ਕਰਕੇ ਅਸੀਂ ਰੱਖਣਾ ਹੈ ਉਹ 0 ਤੋਂ ਅਬਵ ਹੋਵੇ।
इस तो 0 तो नीचे सानू कूलिंग इफैक्ट नहीं रिक्वायर्ड है, कूलिंग अबव ही चाहिए है। सो ਉਹਦੇ वास्ते जो असी कूलिंग इफैक्ट अचीव करना है वो इवैपोरेटर तो करना है। जिमें कि सानू पता है इवैपोरेटर वो प्लेस है जिस जगह ते कूलिंग इफैक्ट प्रोड्यूस होएगा। सो तुसी सामने स्क्रीन ते देख रहे हो कि इवैपोरेटर दे विच एक लाइनिंग कोयल पास कर रही है। इस कोयल दे विचों हाई टैंपरेचर जो है वो बाहरों एंटर करेगा, मतलब कि जो कूलिंग मीडियम होएगा साडा वो इस पाइप के थ्रू इस इवैपोरेटर दे विच मूव करेगा और इस जगह तो उसकी जो हीट है वो इवैपोरेटर अब्जॉर्ब कर लेगा और उन्होंने ठंडा करके इत्थों दी वापस चला जाएगा। तो इट मीनस जो कूलिंग इफैक्ट है वो सानू इवैपोरेटर ते मिल रहा। इस ब्लू कलर दियां लाइनस के थ्रू असी रिप्रजेंट किया होया, एरोज मार्क कर रहे हैं उसकी मूवमेंट किस तरीके दे नाल होएगी। सो इत्थे तुसी पढ़ भी सकते हो, लिखा होया चिल्ड वाटर ट्यूब्स, कि ये जिहड़ियां वाटर ट्यूब्स ने ये पूरियां असी चिल्ड फॉर्म दे विच करनियां ने। सो यही फरदर अगे जाके एयर कंडीशनिंग दे विच साडा पानी जो है मूव करूगा, वो हेल्प करूगा कूलिंग इफैक्ट प्रोड्यूस करन दे लई। नैक्सट है साडे कोल कि जो इस जगह ते वाटर दी कूलिंग होनी है वो कूलिंग करनी किने है। जिवें कि असी गल कीती कि इस जगह ते वाटर एक्ट करेगा एज अ रेफ्रिजरेंट एंड लिथियम ब्रोमाइड एक्ट करेगा एज अ एब्जॉर्बेंट। सो सानू पता है कि जो एब्जॉर्बर है, एब्जॉर्बर वो प्लेस है जिस जगह के उत्ते वाटर प्लस जो लिथियम ब्रोमाइड है दोनों एक सोल्यूशन बनाउणगे। जिमें कि असी पिछले सिस्टम के विच NH3 अब्जॉर्बशन सिस्टम के विच पढ़िया सी कि अब्जॉर्बर दे विच अमोनीआ प्लस वाटर मिलके एक स्ट्रॉन्ग सोल्यूशन बनाउंदे ने। उस तरह ही इस सिस्टम के विच बिल्कुल उल्टा है कि इस जगह ते अब्जॉर्बर दे विच जिवें असी पिछे पढ़ के हटे हाँ कि अब्जॉर्बर दे विच साडे कोल लिथियम ब्रोमाइड ते वाटर मिलके एक वीक सोल्यूशन देणगे, जिस जगह ते टैंपरेचर भी घट होएगा एंड प्रैशर भी घट होएगा। सो इस जगह ते जो वीक सोल्यूशन है उस जगह वो असी अगे फरदर मूव करवाना है फ्रॉम अब्जॉर्बर टू सीधा डायरैक्ट। तुसीं देखते हो कि इस जगह तो मूवमेंट हो रही है, वीक सोल्यूशन ऊपर जा रहा, विच साडे कोल हीट एक्सचेंजर आ गया, हीट एक्सचेंजर तो पास आउट हुंदा होया ये सीधा अगे चला गया जनरेटर ते, जिथे जाके ये वीक सोल्यूशन जो है वो हीटअप होएगा। जिमें ही इस जगह ते वीक सोल्यूशन हीटअप होया तो जिहड़ा वाटर सीगा वो वेपर बन के उड़ना स्टार्ट हो गया, जिहड़ा लिथियम ब्रोमाइड सी वो सैपरेट होना स्टार्ट हो गया। तो इस जगह ते असीं देखिया कि जिहड़ा साडा सोल्यूशन सी वो स्ट्रोंग होना स्टार्ट हो गया। सो स्ट्रोंग किवें होया कि वाटर सैपरेट हो गया, लिथियम ब्रोमाइड अलग रहना स्टार्ट हो गया। सो इस जगह ते जो स्ट्रोंग सोल्यूशन होगा हीटिंग तो बाद वो इसे ही पाथ तो हुंदा होया हीट एक्सचेंजर चों पास हुंदा होया असीं उसे दी स्ट्रोंग सोल्यूशन दी इत्थे स्प्रे कर देनी है अब्जॉर्बर दे विच। सो जिमें ही अब्जॉर्बर दे विच असी स्ट्रोंग सोल्यूशन दी स्प्रे कीती तां वो दोबारा तो जो इवैपोरेटर दे थ्रू वाटर जो असी इत्थों दी सर्कुलेट करवा के उन्होंने स्प्रे करवाया सी वो इस जगह ते प्रैशर लो होने करके वो इवैपोरेट जल्दी हो जाएगा पानी। सो वही इवैपोरेट होया जो वाटर पार्टिकल्स ने वो इत्थे स्ट्रोंग सोल्यूशन दे नाल मिल के एक वीक सोल्यूशन दोबारा तो तैयार कर देंगे। सो ये तो सी इहदी वर्किंग। दूसरी साइड ते देखते हैं कि जिमें ही वाटर साडा इवैपोरेट होके उड़ना स्टार्ट हो गया, वेपर बन के उड़ना स्टार्ट हो गया भाफ बन के, तो वो सीधा ही ऊपर जाना स्टार्ट हो गया कंडेंसर दे विच। सो कंडेंसर ने की करना उसे ही वाटर नू कंडेंस करना स्टार्ट कर देना और इस जगह ते उन्हें कलैक्ट कर देना सारे का सारा। सो इसे तरीके दे नाल ही तुसी एक सैकेंड सैटअप देख रहे हो इस जगह के उत्ते कि जो ब्लू कलर की इत्थे लाइनिंग दिखाई गई है जो कि इत्थों पंप तो स्टार्टअप होके अब्जॉर्बर तो मूव हुंदी है, इसनों फरदर अगे असी मूव करवाने आ, इस जगह ते कंडेंसर दे विच मूव हुंदी है, फरदर अगे असी इनू बाहर कढ़ दिंदे आ। सो ये जिहड़ी पाइपिंग है ये सिस्टम अलग है, ये सिर्फ साडा कूलिंग सिस्टम है। जो सानू कूलिंग चाहिए है अब्जॉर्बर दे विच, जो कूलिंग सानू चाहिए है कंडेंसर दे विच, वो असी अलग तो इस सिस्टम के थ्रू अचीव करांगे। सो कंडेंसर दे विच जिहड़ा हुण पानी साडा हुण ठंडा हो चुकिया, कंडेंस हो चुकिया वाटर ड्रॉपलैट्स तो वाटर दे विच लिक्विड दे विच हो गया, उसनों असी सीधा पास ऑन करवाता
ਪ੍ਰੈਸ਼ਰ ਰਿਡਿਊਸਿੰਗ ਵਾਲ, ਜਿਹਨੂੰ ਅਸੀਂ ਐਕਸਪੈਂਸ਼ਨ ਵਾਲ ਕਹਿੰਦੇ ਹਾਂ, ਉਸ ਦੇ ਥਰੂ ਉਹ ਜਿਵੇਂ ਹੀ ਐਕਸਪੈਂਸ਼ਨ ਵਾਲ ਦੇ ਥਰੂ ਐਕਸਪੈਂਡ ਕਰੂਗਾ ਤਾਂ ਉਹ ਹੋਰ ਕੂਲ ਡਾਊਨ ਹੋ ਜਾਊਗਾ, ਉਹਦਾ ਟੈਂਪਰੇਚਰ ਹੋਰ ਡਾਊਨ ਹੋ ਜਾਊਗਾ। ਉਹ ਸਿੱਧਾ ਫਰਦਰ ਅਸੀਂ ਲੈ ਆਏ ਇਵੈਪੋਰੇਟਰ ਦੇ ਵਿੱਚ। ਇਵੈਪੋਰੇਟਰ 'ਚ ਆ ਕੇ ਉਹ ਹੁਣ ਬਹੁਤ ਜ਼ਿਆਦਾ ਠੰਡਾ ਪਾਣੀ ਹੈ, ਉਸ ਨੂੰ ਹੀ ਅਸੀਂ ਪੰਪ ਦੀ ਹੈਲਪ ਦੇ ਨਾਲ ਦੁਬਾਰਾ ਇਸ ਜਗ੍ਹਾ 'ਤੇ ਸਪਰੇਅ ਕਰਵਾ ਦਾਂਗੇ। ਸੋ ਜਿਵੇਂ ਹੀ ਇਸ ਜਗ੍ਹਾ 'ਤੇ ਪਾਣੀ ਦੀ ਸਪਰੇਅ ਹੋਊਗੀ, ਠੰਡੇ ਪਾਣੀ ਦੀ ਸਪਰੇਅ ਹੋਊਗੀ, ਤਾਂ ਉਹ ਜਿਹੜਾ ਇਸ ਪਾਈਪਲਾਈਨ ਦੇ ਥਰੂ ਜੋ 에ਅਰ ਕੰਡੀਸ਼ਨਿੰਗ ਵਾਸਤੇ ਅਸੀਂ ਯੂਜ਼ ਕਰ ਰਹੇ ਹਾਂ, ਜੋ ਪਾਣੀ ਇੱਥੇ ਆਊਗਾ ਉਹ ਇਸ ਪਰਟੀਕੂਲਰ ਜਗ੍ਹਾ ਦੇ ਉੱਤੇ ਆਪਣੀ ਹੀਟ ਛੱਡ ਦੂਗਾ ਅਤੇ ਠੰਡਾ ਹੋ ਕੇ ਦੁਬਾਰਾ ਵਾਪਸ ਚਲੇ ਜਾਊਗਾ। ਔਰ ਫਰਦਰ ਇਸੇ ਜਗ੍ਹਾ ਤੋਂ ਹੀ ਅਸੀਂ ਯੂਟੀਲਾਈਜ਼ ਕਰਾਂਗੇ ਕਿ ਉਸ ਦੀ ਜੋ 에ਅਰ ਕੰਡੀਸ਼ਨਿੰਗ ਹੈ ਉਹ ਇੱਥੋਂ ਹੀ ਅਚੀਵ ਹੋਣੀ ਹੈ ਸਾਡੀ। ਸੋ ਹੋਪਫੁਲੀ ਤੁਹਾਨੂੰ ਇਹ ਡਾਇਗਰਾਮ ਸਮਝ ਲੱਗਿਆ ਹੋਊਗਾ ਚੰਗੀ ਤਰ੍ਹਾਂ। ਸੋ ਆਓ ਹੁਣ ਨਾਲ ਹੀ ਦੇਖਦੇ ਹਾਂ ਕਿ ਇਸੇ ਡਾਇਗਰਾਮ ਨੂੰ ਅਗਰ ਅਸੀਂ ਐਕਸਪਲੇਨ ਕਰਕੇ ਪੁਆਇੰਟਸ ਦੇ ਵਿੱਚ ਅਗਰ ਨੋਟ ਕਰਨਾ ਤਾਂ ਕਿਸ ਤਰੀਕੇ ਦੇ ਨਾਲ ਕਰ ਸਕਦੇ ਹਾਂ। ਸੋ ਆਓ ਨੈਕਸਟ ਅਸੀਂ ਗੱਲ ਕਰਦੇ ਹਾਂ ਥਿਓਰੈਟੀਕਲ ਪੁਆਇੰਟ ਆਫ ਵਿਊ ਤੋਂ ਇਸ ਦੀ ਵਰਕਿੰਗ ਦੀ। ਕਹਿੰਦਾ ਵਾਟਰ ਫॉर द 에ਅਰ ਕੰਡੀਸ਼ਨਿੰਗ ਕੋਇਲਸ ਇਜ਼ ਚਿਲਡ ਵੈਨ ਇਟ ਇਜ਼ ਪੰਪਡ ਥਰੂ ਦ ਚਿਲਡ ਵਾਟਰ ਟਿਊਬਸ ਇਨ ਦ ਇਵੈਪੋਰੇਟਰ ਬਾਈ ਗਿਵਿੰਗ ਅਪ ਹੀਟ ਟੂ ਦ ਰੈਫ੍ਰਿਜਰੈਂਟ ਵਾਟਰ ਸਪਰੇਡ ਓਵਰ ਦ ਟਿਊਬਸ। ਇਸ ਪੁਆਇੰਟ ਦੇ ਵਿੱਚ ਹੁਣ ਇਵੈਪੋਰੇਟਰ ਨੂੰ ਐਕਸਪਲੇਨ ਕਰ ਰਿਹਾ ਕਿ ਕਿਸ ਤਰੀਕੇ ਦੇ ਨਾਲ 에ਅਰ ਕੰਡੀਸ਼ਨਿੰਗ ਕੋਇਲਸ ਦੇ ਵਾਸਤੇ ਜੋ ਪਾਣੀ ਸਾਨੂੰ ਠੰਡਾ ਚਾਹੀਦਾ ਹੈ ਉਸ ਦੇ ਉੱਤੇ ਅਸੀਂ ਕਿਸ ਤਰੀਕੇ ਦੇ ਨਾਲ ਠੰਡੇ ਪਾਣੀ ਦੀ ਫੁਹਾਰ ਕਰਾਉਂਦੇ ਹਾਂ, ਸਪਰੇਅ ਕਰਾਉਂਦੇ ਹਾਂ, ਜਿਸ ਦੇ ਕਰਕੇ 에ਅਰ ਕੰਡੀਸ਼ਨਿੰਗ ਕੋਇਲ ਵਾਸਤੇ ਜੋ ਪਾਣੀ ਚਾਹੀਦਾ ਹੈ ਉਹ ਠੰਡਾ ਹੁੰਦਾ ਹੈ। ਅਗਲੇ ਪੁਆਇੰਟ 'ਚ ਗੱਲ ਕਰ ਰਿਹਾ ਦਾ ਪ੍ਰੈਸ਼ਰ ਇਨਸਾਈਡ ਦਾ ਇਵੈਪੋਰੇਟਰ ਇਜ਼ ਮੇਨਟੇਨਡ ਵੈਰੀ ਲੋ, ਦੇਅਰਫੋਰ ਦ ਰੈਫ੍ਰਿਜਰੈਂਟ ਵਾਟਰ ਇਵੈਪੋਰੇਟਸ। ਕਿ ਜੋ ਪ੍ਰੈਸ਼ਰ ਹੈ ਇਵੈਪੋਰੇਟਰ ਦੇ ਵਿੱਚ ਉਹ ਕਾਫੀ ਜ਼ਿਆਦਾ ਲੋ ਰੱਖਿਆ ਜਾਂਦਾ ਹੈ, ਜਿਸ ਦੇ ਕਰਕੇ ਕੀ ਹੈ ਜੋ ਰੈਫ੍ਰਿਜਰੈਂਟ ਵਾਟਰ ਹੈ ਉਹ ਜਲਦੀ ਨਾਲ ਇਵੈਪੋਰੇਟ ਹੋ ਜਾਂਦਾ, ਜਿਵੇਂ ਅਸੀਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ। The evaporated water vapor thus formed are absorbed by the strong solution lithium bromide solution which is sprayed in the absorber। ਹੁਣ ਇਹੀ ਜੋ ਵੇਪਰਸ ਦੀ ਫਾਰਮ ਦੇ ਵਿੱਚ ਪਾਣੀ ਬਣ ਚੁੱਕਿਆ ਹੈ ਉਸ ਨੂੰ ਸਟਰੋਂਗ ਲੀਥੀਅਮ ਬ੍ਰੋਮਾਈਡ ਸੋਲਿਊਸ਼ਨ ਅਬਜ਼ੋਰਬਰ ਦੇ ਵਿੱਚ ਅਬਜ਼ੋਰਬ ਕਰ ਲੇਗਾ ਤੇ ਇੱਕ ਵੀਕ ਸੋਲਿਊਸ਼ਨ ਬਣਾਏਗਾ। ਵਾਈਲ ਅਬਜ਼ੋਰਬਿੰਗ ਦਾ ਵਾਟਰ ਵੇਪਰ ਲੀਥੀਅਮ ਬ੍ਰੋਮਾਈਡ ਮੇਨਟੇਨਸ ਵੈਰੀ ਲੋ ਪ੍ਰੈਸ਼ਰ। ਬ੍ਰੈਕਟ ਦੇ ਵਿੱਚ ਅਸੀਂ ਨੋਟ ਕੀਤਾ ਹੋਇਆ ਹਾਈ ਵੈਕਿਊਮ ਇਨ ਇਵੈਪੋਰੇਟਰ, ਕਿ ਜਿਹੜਾ ਪ੍ਰੈਸ਼ਰ ਹੈ ਉਹ ਨੀਅਰਲੀ ਵੈਕਿਊਮ ਦੇ ਨੇੜੇ ਤੇੜੇ ਹੁੰਦਾ ਇਵੈਪੋਰੇਟਰ ਦੇ ਵਿੱਚ। ਵਾਈਲ ਅਬਜ਼ੋਰਬਿੰਗ ਦਾ ਵਾਟਰ ਵੇਪਰਸ, ਕਿ ਜੋ ਲੀਥੀਅਮ ਬ੍ਰੋਮਾਈਡ ਹੈ ਈਜ਼ੀਲੀ ਵਾਟਰ ਦੇ ਨਾਲ ਅਬਜ਼ੋਰਬ ਹੋ ਜਾਵੇ। ਸੋ ਉਸ ਕਰਕੇ ਅਸੀਂ ਜੋ ਉਸ ਜਗ੍ਹਾ 'ਤੇ ਜੋ ਪ੍ਰੈਸ਼ਰ ਹੈ ਉਹ ਕਾਫੀ ਜ਼ਿਆਦਾ ਡਾਊਨ ਰੱਖਿਆ ਜਾਂਦਾ। ਦਸ ਦਾ ਸੋਲਿਊਸ਼ਨ ਬਿਕਮਸ ਵੀਕ ਇਨ ਅਬਜ਼ੋਰਬਰ, ਕਿ ਅਬਜ਼ੋਰਬਰ ਦੇ ਵਿੱਚ ਵੀਕ ਸੋਲਿਊਸ਼ਨ ਬਣ ਜਾਂਦਾ ਹੈ ਇਸ ਤਰੀਕੇ ਦੇ ਨਾਲ। ਦਿਸ ਵੀਕ ਸੋਲਿਊਸ਼ਨ ਫਰੋਮ ਦਾ ਅਬਜ਼ੋਰਬਰ ਇਜ਼ ਪੰਪਡ ਟੂ ਦ ਜਨਰੇਟਰ ਵੇਅਰ ਇਟ ਇਜ਼ ਹੀਟਿਡ ਅਪ ਬਾਈ ਦਾ ਸਟੀਮ ਔਰ ਹੌਟ ਵਾਟਰ। ਫਿਰ ਇਹੀ ਜੋ ਵੀਕ ਸੋਲਿਊਸ਼ਨ ਬਣਿਆ ਹੋਇਆ ਹੈ ਇਹ ਨੀਚੇ ਤੋਂ ਅਸੀਂ ਉੱਪਰ ਭੇਜਦੇ ਹਾਂ, ਜਿਵੇਂ ਕਿ ਡਾਇਗਰਾਮ ਦੇ ਵਿੱਚ ਅਸੀਂ ਦੇਖਿਆ ਸੀਗਾ। ਜਨਰੇਟਰ ਦੇ ਵਿੱਚ ਜਿੱਥੇ ਇਸ ਨੂੰ ਹੀਟ ਅਪ ਕੀਤਾ ਜਾਂਦਾ ਹੈ ਬਾਈ ਮੀਨਸ ਆਫ ਸਟੀਮ ਜਾਂ ਹੌਟ ਵਾਟਰ ਦੇ ਨਾਲ। A part of water is evaporated in the generator and the solution becomes more strong। ਤਾਂ ਇਸ ਜਗ੍ਹਾ 'ਤੇ ਕੀ ਹੋਏਗਾ, ਜਿਵੇਂ ਜਿਵੇਂ ਹੁਣ ਜਨਰੇਟਰ ਦੀ ਹੀਟ ਵੱਧਦੀ ਜਾਏਗੀ ਉਵੇਂ ਉਵੇਂ ਸਾਡਾ ਜੋ ਸੋਲਿਊਸ਼ਨ ਹੈ ਉਹ ਹੋਰ ਮੋਰ ਸਟਰੋਂਗ ਹੁੰਦਾ ਜਾਏਗਾ। ਸਟਰੋਂਗ ਕਿਵੇਂ ਹੋਏਗਾ ਕਿ ਜੋ ਲੀਥੀਅਮ ਬ੍ਰੋਮਾਈਡ ਹੈ ਉਹ ਸੈਪਰੇਟ ਹੋ ਜਾਏਗਾ, ਵਾਟਰ ਜਿਹੜਾ ਹੈ ਉਹ ਵੇਪਰਸ ਬਣ ਕੇ ਉੜਨਾ ਸਟਾਰਟ ਹੋ ਜਾਏਗਾ। ਦਿਸ ਸਟਰੋਂਗ ਸੋਲਿਊਸ਼ਨ is passed through the heat exchanger and then sprayed in the absorber। ਕਿ ਜਿਹੜਾ ਇਹ ਸਟਰੋਂਗ ਸੋਲਿਊਸ਼ਨ ਹੈ ਵਾਪਸੀ ਦੇ ਉੱਤੇ ਹੀਟ ਐਕਸਚੇਂਜਰ ਦੇ ਵਿੱਚੋਂ ਪਾਸ ਹੁੰਦਾ ਹੋਇਆ ਅਸੀਂ ਦੁਬਾਰਾ ਅਬਜ਼ੋਰਬਰ ਦੇ ਉੱਤੇ ਭੇਜਦੇ ਹਾਂ। The weak solution while passing through the heat exchanger gets heat from the strong solution before reaching the generator। ਔਰ ਇਸੇ ਤਰ੍ਹਾਂ ਹੀ ਜਦੋਂ ਵੀਕ ਸੋਲਿਊਸ਼ਨ ਜਨਰੇਟਰ ਤੇ ਜਾਂਦਾ ਹੈ ਤਾਂ ਇਨ ਬਿਟਵੀਨ ਹੀਟ ਐਕਸਚੇਂਜਰ ਦੇ ਉੱਤੇ ਹੀਟ ਨੂੰ ਅਬਜ਼ੋਰਬ ਕਰ ਲੈਂਦਾ ਹੈ। ਵੀਕ ਸੋਲਿਊਸ਼ਨ ਹੀਟ ਨੂੰ ਅਬਜ਼ੋਰਬ ਕਰੇਗਾ ਵਾਈਲ ਗੋਇੰਗ ਟੂ ਦ ਜਨਰੇਟਰ, ਐਂਡ ਜਦੋਂ ਸਟਰੋਂਗ ਸੋਲਿਊਸ਼ਨ ਨੀਚੇ ਆਏਗਾ ਅਬਜ਼ੋਰਬਰ ਦੇ ਉੱਤੇ ਉਹ ਆਪਣੀ ਹੀਟ ਨੂੰ ਰਿਲੀਜ਼ ਕਰ ਦੇਗਾ। ਸੋ ਇਸ ਚੀਜ਼ ਦਾ ਧਿਆਨ ਰੱਖਣਾ, ਤਾਂ ਹੀ ਉਸ ਨੂੰ ਅਸੀਂ ਹੀਟ ਐਕਸਚੇਂਜਰ ਦਾ ਨਾਮ ਦਿੱਤਾ ਹੈ, ਉਸ ਜਗ੍ਹਾ 'ਤੇ ਹੀਟ ਐਕਸਚੇਂਜ ਹੋ ਰਹੀ ਹੈ। ਦਿਸ ਰਿਡਿਊਸਿਸ ਦ ਕੁਆਂਟਿਟੀ ਆਫ ਹੀਟ ਰਿਕੁਆਇਰਡ ਟੂ ਹੀਟ ਦ ਵੀਕ ਸੋਲਿਊਸ਼ਨ ਇਨ ਦ ਜਨਰੇਟਰ। ਕਹਿਣ ਦਾ ਮਤਲਬ ਕਿ ਜੋ ਜਨਰੇਟਰ ਦੇ ਵਿੱਚ ਵੀਕ ਸੋਲਿਊਸ਼ਨ ਨੂੰ ਹੀਟ ਕਰਨ ਦੇ ਲਈ ਜਿੰਨੀ ਹੀਟ ਦੀ ਸਾਨੂੰ ਲੋੜ ਹੈ ਹੀਟ ਐਕਸਚੇਂਜਰ ਦਾ ਇਸਤੇਮਾਲ ਕਰਨ ਦੇ ਨਾਲ ਉਸ ਦੀ ਕੁਝ ਕੁਆਂਟਿਟੀ ਰਿਡਿਊਸ ਹੋ ਜਾਂਦੀ ਹੈ। ਮੀਨ ਟੂ ਸੇ ਕਿ ਉਸ ਦੀ ਜੋ ਐਫੀਸ਼ੀਐਂਸੀ ਹੈ ਥੋੜ੍ਹੀ ਜਿਹੀ ਅਸੀਂ ਇਨਕਰੀਜ਼ ਕਰਵਾ ਦਿੰਦੇ ਹਾਂ ਬਾਈ ਯੂਜ਼ਿੰਗ ਦਾ ਹੀਟ ਐਕਸਚੇਂਜਰ। ਨੈਕਸਟ ਪੁਆਇੰਟ 'ਚ ਗੱਲ ਕਰ ਰਹੇ ਤਾਂ ਵਾਟਰ ਵੇਪਰ ਫਾਰਮਡ ਇਨ ਦਾ ਜਨਰੇਟਰ ਆਰ ਪਾਸਡ ਟੂ ਦ ਕੰਡੈਂਸਰ ਵੇਅਰ ਦੇ ਗੈਟ ਕੂਲਡ ਐਂਡ ਕੰਡੈਂਸ ਬਾਈ ਦਾ ਕੂਲਿੰਗ ਵਾਟਰ ਫਲੋਇੰਗ ਥਰੂ ਦਾ ਟਿਊਬਸ। ਹੁਣ ਉਹ ਗੱਲ ਕਰ ਰਿਹਾ, ਕਹਿੰਦਾ ਜਨਰੇਟਰ ਦੇ ਵਿੱਚ
जो वाटर वेपर साडे कोल फॉर्म होए ने इन्हां नूं फरदर असी पास ऑन करते हैं कंडेंसर के उत्ते जो कि उत्थे कंडेंस होके हुण वेपरस तो लिक्विड फॉर्म दे विच कन्वर्ट होके फरदर अगे जो चिलिंग कोयल्स ने उन्होंने ठंडा करने के लिए काम करती है। सो फरदर अगे जो असी उहदी मूवमेंट है फ्रॉम कंडेंसर टू एक्सपेंशन वाल वो असी देखते हैं। नैक्सट पॉइंट के विचों गल कर रहे हैं द कंडेंसेट वाटर फ्रॉम द कंडेंसर इज सप्लाइड टू द इवेपोरेटर थ्रू द प्रेशर रिड्यूसिंग वाल्व विच रिड्यूसिस द प्रेशर ऑफ द कंडेंसेट वाटर कि फरदर अगे जो साडा कंडेंस किया गया वाटर है वो असी मूव ऑन करवाने आ इवेपोरेटर दे विच जो कि प्रैशर रिड्यूसिंग वाल दे थ्रू होके जाता है जिस दे नाल प्रैशर जो है उस कंडेंसेट वाटर का काफ़ी डाउन हो जाता। नैक्सट अगले पॉइंट चो गल कर रहे हैं द कूल्ड वाटर रेफ्रिजरेंट फ्रॉम द इवेपोरेटर इज पम्प्ड एंड स्प्रेड टू कूल द वाटर फॉर एयर कंडीशनिंग विच फ्लोज थ्रू द चिल्ड ट्यूब्स कि फरदर अगे जो रेफ्रिजरेंट है वो इवेपोरेटर के विचों असी रीसरकुलेट करके पंप करके उसकी ही उत्थे स्प्रे करवा दें हाँ जो कि एयर कंडीशनिंग वास्ते जो पाइपिंग आ रही है चिल्ड ट्यूब्स के थ्रू उन्होंने ठंडा करती है। दस द साइकिल ऑफ द लिथियम ब्रोमाइड अब्जॉर्प्शन रेफ्रिजरेशन सिस्टम इज कंप्लीटेड और इसी तरह ही जो साडा एक साइकिल है लिथियम ब्रोमाइड सिस्टम का वो कंप्लीट हो जाता है। सो ये ही साडा जो ये वीडियो सी लिथियम ब्रोमाइड अब्जॉर्प्शन रेफ्रिजरेशन सिस्टम के उत्ते वो कंप्लीट है। होपफुली तुहानू ये सारा वीडियो समझ लग्या होगा। अगर किसी भी पॉइंट ते कोई ऑब्जैक्शन है कोई पॉइंट नहीं समझ लग्या तो मैनू मैसेज करके कमेंट करके तुसी ज़रूर पूछ सकते हो। नीचे डिस्क्रिप्शन बॉक्स दे विच मैं आपका कॉन्टैक्ट नंबर भी छड्डूंगा। सो अगर किसी को कोई किसी तरह की दिक्कत आउंदी तो मैनू व्हाट्सएप ते मैसेज करके भी पूछ सकते हो। सो ओके जी, थैंक यू वेरी मच। सत श्री अकाल।